ਅੱਜ ਤੇ ਸਾਰੀ ਦੁਨੀਆ ਇਸ ਪਵਿੱਤਰ ਸਥਾਨ ਨੂੰ ਗੋਲਡਨ ਟੈਂਪਲ ਦੇ ਨਾਂ ਨਾਲ ਜਾਣਦੀ ਹੈ, ਪਰ ਪਹਿਲਾਂ ਇਸ ਸਥਾਨ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਸੀ। ਆਪਣੀ ਆਮ ਭਾਸ਼ਾ ਕਹੋ ਜਾਂ ਲੋਕ ਭਾਸ਼ਾ ਵਿੱਚ ਲੋਕ ਦਰਬਾਰ ਸਾਹਿਬ ਦਾ ਸੰਬੋਧਨ ਦਿੰਦੇ ਸਨ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਅੱਜ ਦੇ ਅੰਮ੍ਰਿਤਸਰ ਵਾਲੀ ਥਾਂ ਖਰੀਦੀ ਸੀ ਤਾਂ ਇਸ ਸ਼ਹਿਰ ਵਾਲੀ ਥਾਂ ਦਾ ਪਹਿਲਾ ਨਾਂ ਗੁਰੂ ਦਾ ਚੱਕ ਰੱਖਿਆ ਗਿਆ। ਫਿਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਇੱਥੇ ਉਸਾਰੀ ਦੇ ਕੰਮ ਸ਼ੁਰੂ ਕਰਾਏ। ਗੁਰੂ ਰਾਮਦਾਸ ਜੀ ਨੇ ਤੁੰਗ ਪਿੰਡ ਦੇ ਜ਼ਿਮੀਂਦਾਰਾਂ ਕੋਲੋਂ ਜ਼ਮੀਨ ਖਰੀਦੀ ਅਤੇ ਵਪਾਰੀਆਂ ਕਾਰੀਗਰਾਂ ਨੂੰ ਇੱਥੇ ਵਸਾਇਆ ਤੇ ਗੁਰੂ ਦੇ ਚੱਕ ਨੂੰ ਆਬਾਦ ਕਰਨਾ ਸ਼ੁਰੂ ਕਰ ਦਿੱਤਾ। ਇਹ ਘਟਨਾਵਾਂ 1570 ਅਤੇ 1580 ਦੇ ਦਸ਼ਕ ਦੀਆਂ ਹਨ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂ ਨਾਲ ਜੋੜ ਫਿਰ ਸੰਗਤਾਂ ਅਤੇ ਆਮ ਲੋਕਾਂ ਨੇ ਗੁਰੂ ਦਾ ਚੱਕ ਨੂੰ ਰਾਮਦਾਸਪੁਰ ਦਾ ਨਾਂ ਦੇ ਦਿੱਤਾ। ਹੁਣ ਰਾਮਦਾਸਪੁਰ ਕਿਹਾ ਜਾਣ ਲੱਗਾ ਅੱਜ ਦੇ ਅੰਮ੍ਰਿਤਸਰ ਨੂੰ। ਪੰਜਵੇਂ ਪਾਤਸ਼ਾਹ ਅਤੇ ਸਿੱਖਾਂ ਦੇ ਪਹਿਲੇ ਸ਼ਹੀਦ ਗੁਰੂ ਅਰਜਨ ਦੇਵ ਜੀ ਨੇ ਇਸ ਸ਼ਹਿਰ ਨੂੰ ਬਹੁਤ ਮਿਹਨਤ ਅਤੇ ਸ਼ਿੱਦਤ ਨਾਲ ਵਸਾ ਇੱਕ ਧਰਮ ਦੇ ਧੁਰੇ ਵਜੋਂ ਵਿਕਸਿਤ ਕਰ ਦਿੱਤਾ। ਵਪਾਰੀਆਂ, ਕਾਰੀਗਰਾਂ, ਸੁਨਿਆਰਾਂ, ਲਗਭਗ 52 ਕਿੱਤਿਆਂ ਵਾਲਿਆਂ ਦਾ ਟਿਕਾਣਾ ਗੁਰੂ ਰਾਮਦਾਸ ਵੇਲੇ ਹੀ ਰਾਮਦਾਸਪੁਰ ਵਿੱਚ ਹੋ ਚੁੱਕਾ ਸੀ। 1581 ਵਿੱਚ ਗੁਰੂ ਅਰਜਨ ਦੇਵ ਜੀ ਨੇ ਗੁਰਦੁਆਰਾ ਬਣਾਉਣਾ ਸ਼ੁਰੂ ਕੀਤਾ ਤੇ ਸਰੋਵਰ ਇਮਾਰਤ ਪੂਰੀ ਹੋਣ ਤੱਕ ਖਾਲੀ ਮਤਲਬ ਸੁੱਕਾ ਹੀ ਰੱਖਿਆ। ਲਗਭਗ 8 ਸਾਲਾਂ ਵਿੱਚ ਅੱਜ ਦੇ ਹਰਿਮੰਦਰ ਸਾਹਿਬ ਮਤਲਬ ਗੋਲਡਨ ਟੈਂਪਲ ਦਾ ਪਹਿਲਾ ਸਰੂਪ ਤਿਆਰ ਹੋ ਗਿਆ। ਫਿਰ 16 ਅਗਸਤ 1604 ਈਸਵੀ ਨੂੰ ਸਰੋਵਰ ਵਿੱਚ ਜਲ ਭਰ ਗੁਰੂਆਂ ਦੀ ਸੰਕਲਪ ਕੀਤੀ ਹੋਈ ਬਾਣੀ ਵਾਲੇ ਗ੍ਰੰਥ ਆਦਿ ਗ੍ਰੰਥ ਨੂੰ ਇੱਥੇ ਹਰਿਮੰਦਰ ਸਾਹਿਬ ਸਥਾਪਿਤ ਕਰ ਸੁਸ਼ੋਭਿਤ ਕਰ ਦਿੱਤਾ ਗਿਆ। ਪਹਿਲੇ ਗ੍ਰੰਥੀ ਬਣੇ ਸਨ ਬਾਬਾ ਬੁੱਢਾ ਜੀ। 1609 ਈਸਵੀ ਵਿੱਚ ਦਰਬਾਰ ਸਾਹਿਬ ਦੇ ਸਾਹਮਣੇ 12 ਫੁੱਟ ਉੱਚਾ ਤਖਤ ਬਣਾਇਆ ਗਿਆ 6ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵੱਲੋਂ, ਜਿਸ ਨੂੰ ਹੁਣ ਅਕਾਲ ਤਖਤ ਕਿਹਾ ਜਾਂਦਾ ਹੈ। ਹਿੰਦੂਆਂ ਵਿੱਚ 68 ਸਥਾਨਾਂ ਨੂੰ ਪਵਿੱਤਰ ਮੰਨਦੇ ਹੋਏ ਉਹਨਾਂ ਥਾਵਾਂ ਦੀ ਯਾਤਰਾ ਨੂੰ ਤੀਰਥ ਕਿਹਾ ਜਾਂਦਾ ਹੈ। ਹੁਣ ਗੁਰੂ ਨਾਨਕ ਦੇ ਪ੍ਰੇਮੀਆਂ ਲਈ 68 ਤੀਰਥਾਂ ਦੇ ਸਥਾਨਾਂ ਦੀ ਯਾਤਰਾ ਦੇ ਫਲ ਵਰਗਾ ਇੱਕੋ ਸਥਾਨ ਰਾਮਦਾਸਪੁਰ ਹੋ ਗਿਆ ਸੀ, ਜਿਹਨੂੰ ਹੁਣ ਇੱਥੇ ਸਰੋਵਰ ਨਾਲ ਜੋੜ ਸੰਬੋਧਿਤ ਕਰਕੇ ਲੋਕ ਅੰਮ੍ਰਿਤਸਰ ਕਹਿਣ ਲੱਗ ਪਏ ਸਨ। ਗੁਰੂਆਂ ਦੀ ਬਾਣੀ ਅੰਮ੍ਰਿਤ ਤੇ ਸਰ ਮਤਲਬ ਸਰੋਵਰ, ਜਿਹਦਾ ਜਲ ਅੰਮ੍ਰਿਤ ਤੁੱਲ ਸੀ ਇੱਥੇ ਆਉਣ ਵਾਲੇ ਸ਼ਰਧਾਲੂਆਂ ਲਈ। ਫਿਰ ਹੁਣ ਅੰਮ੍ਰਿਤਸਰ ਹੀ ਹੋ ਗਿਆ। ਇਹ ਰਾਮਦਾਸਪੁਰੀ ਦਾ ਨਾਂ ਗੁਰੂ ਦਾ ਚੱਕ ਤੋਂ ਹੁੰਦਾ ਹੋਇਆ। ਇਸ ਪਵਿੱਤਰ ਸਥਾਨ ਦੇ ਕਈ ਵਾਰ ਢੱਠਣ ਤੇ ਮੁੜ ਉਸਾਰੀ ਬਾਰੇ ਗੱਲ ਕਰਨ ਨੂੰ ਮਨ ਨਹੀਂ ਕਰਦਾ। ਬਸ ਇੰਨਾ ਹੀ ਦੱਸਣਾ ਚਾਹੁੰਦਾ ਹਾਂ ਕਿ 1757-58 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਇਮਾਰਤ ਬਰੂਦ ਨਾਲ ਉਡਾ ਸਰੋਵਰ ਮਲਬੇ ਨਾਲ ਪੂਰ ਦਿੱਤਾ ਸੀ, ਪਰ ਜਲਦ ਹੀ ਸਿੰਘਾਂ ਨੇ ਵਾਪਸੀ ਕੀਤੀ। ਪੰਡਤ ਦੇਸਰਾਜ ਨੇ ਸਿੱਖ ਮਿਸਲਾਂ ਦੇ ਧਨ ਨਾਲ ਫਿਰ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਜੱਸਾ ਸਿੰਘ ਵੇਲੇ। ਅੱਜ ਵਾਲਾ ਹਰਿਮੰਦਰ ਸਾਹਿਬ ਦਾ ਸਰੂਪ ਬਹੁਤ ਹੱਦ ਤੱਕ ਉਸ ਨਾਲ ਮਿਲਦਾ ਹੈ। ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਉਸਨੇ ਸੋਨੇ ਨਾਲ ਮੜਾਉਣ ਦੀ ਸੇਵਾ ਕੀਤੀ।
ਫਿਰ ਅੰਗਰੇਜ਼ਾਂ ਦੇ ਦੌਰ ਵੇਲੇ ਉਹਨਾਂ ਹਰਿਮੰਦਰ ਸਾਹਿਬ ਨੂੰ ਸੋਨਾ ਜੜਿਆ ਹੋਣ ਕਰਕੇ ਗੋਲਡਨ ਟੈਂਪਲ ਦਾ ਨਾਂ ਦੇਣਾ ਸ਼ੁਰੂ ਕਰ ਦਿੱਤਾ, ਜੋ ਅੱਜ ਸਾਰੀ ਦੁਨੀਆ ਵਿੱਚ ਗੋਲਡਨ ਟੈਂਪਲ ਹੀ ਕਿਹਾ ਜਾਂਦਾ ਹੈ ਸ਼੍ਰੀ ਹਰਿਮੰਦਰ ਸਾਹਿਬ ਨੂੰ। देखे जीवत हर देखे जीवत नादान हर देख